ਸਵੇਰੇ 2 ਜੂਨ ਦਾ ਦਿਨ ਚੜ੍ਹਿਆ ਤਾਂ ਤਕਰੀਬਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਰਫਿਊ ਲੱਗਾ ਹੋਇਆ ਸੀ। ਖਾਸ ਕਰਕੇ ਦਰਬਾਰ ਸਾਹਿਬ ਦੇ ਨੇੜੇ ਦੇ ਇਲਾਕੇ ਦੇ ਵਿੱਚ ਕਰਫਿਊ ਬਹੁਤ ਸਖਤ ਸੀ। ਕੁਝ ਪੱਤਰਕਾਰ ਜਿਨ੍ਹਾਂ ਦੇ ਕੋਲ ਕਰਫਿਊ ਪਾਸ ਸਨ, ਉਹ ਬੇਸ਼ੱਕ CRPF ਤੇ BSF ਦੇ ਅਫਸਰਾਂ ਨੂੰ ਵਿਖਾ ਕੇ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਦਾਖਲ ਹੋਏ, ਪਰ ਉਹਨਾਂ ਨੂੰ ਵੀ ਬਹੁਤ ਜਲਾਲਤ ਦਾ ਸਾਹਮਣਾ ਕਰਨਾ ਪਿਆ। ਭਾਵ ਕਿ CRPF ਤੇ BSF ਦੇ ਸਿਪਾਹੀਆਂ ਨੇ ਉਹਨਾਂ ਨੂੰ ਜਗ੍ਹਾ ਜਗ੍ਹਾ ਦੇ ਉੱਪਰ ਰੋਕ ਕੇ ਬਹੁਤ ਜਲੀਲ ਕੀਤਾ। ਇਸ ਤਰ੍ਹਾਂ ਦੇ ਨਾਲ ਜਦੋਂ ਉਹ ਪੱਤਰਕਾਰ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਆਏ ਤਾਂ ਉਹਨਾਂ ਨੇ 1 ਜੂਨ ਨੂੰ ਹੋਈ ਗੋਲਾਬਾਰੀ ਦੇ ਨਿਸ਼ਾਨ ਵੇਖੇ ਔਰ ਉਹਨਾਂ ਪੱਤਰਕਾਰਾਂ ਦੀਆਂ ਰਿਪੋਰਟਾਂ ਦੇ ਉੱਪਰ ਆਧਾਰਿਤ ਜੇਕਰ ਇਹਨਾਂ ਗੋਲੀਬਾਰੀ ਦੇ ਜਿਹੜੀ ਕਿ 1 ਜੂਨ ਨੂੰ ਬਿਨਾਂ ਕਿਸੇ ਭੜਕਾਹਟ ਦੇ ਵਿੱਚ CRPF ਤੇ BSF ਦੇ ਵੱਲੋਂ ਕੀਤੀ ਗਈ, ਉਸ ਦੇ ਮੁਤਾਬਕ ਸ੍ਰੀ ਦਰਬਾਰ ਸਾਹਿਬ ਦੀ ਸੁਨਹਿਰੀ ਇਮਾਰਤ ਨੂੰ 38 ਗੋਲੀਆਂ ਤੇ ਪਰਿਕਰਮਾ ਦੇ ਵਿੱਚ 167 ਗੋਲੀਆਂ ਦੇ ਨਿਸ਼ਾਨ ਜਿਹੜੇ ਸੀ ਉਹ ਵੇਖੇ ਗਏ। ਕੁਝ ਸ਼ਰਧਾਵਾਨ ਸਿੱਖਾਂ ਨੇ ਪਰਿਕਰਮਾ ਦੇ ਵਿੱਚ ਲੱਗੀਆਂ ਹੋਈਆਂ ਗੋਲੀਆਂ ਦੇ ਦੁਆਲੇ ਲਾਲ ਨਿਸ਼ਾਨ ਲਗਾ ਕੇ ਉਹਨਾਂ ਉੱਪਰ 1 ਜੂਨ 1984 ਲਿਖ ਦਿੱਤਾ ਕਿ 1 ਜੂਨ ਨੂੰ CRPF ਤੇ BSF ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਜਿਹੜੀਆਂ ਕਿ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਦੇ ਵਿੱਚ ਲੱਗੀਆਂ ਸਨ, ਉਹਨਾਂ ਦੇ ਨਿਸ਼ਾਨਾਂ ਨੂੰ ਇੱਕ ਯਾਦਗਾਰ ਦੇ ਵਜੋਂ ਸੰਭਾਲ ਲਿਆ ਜਾਵੇ। ਕੁਝ ਸਮਾਂ ਬੀਤਿਆ ਤਾਂ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਵਿੱਚੋਂ ਭਾਈ ਕੁਲਵੰਤ ਸਿੰਘ ਜਗਾਦਰੀ, ਜਿਨ੍ਹਾਂ ਨੂੰ ਭਾਈ ਮਹਿੰਗਾ ਸਿੰਘ ਬੱਬਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਉਹਨਾਂ ਦਾ ਮ੍ਰਿਤਕ ਸਰੀਰ ਗੁਰੂ ਨਾਨਕ ਨਿਵਾਸ ਦੀ 44 ਔਰ 45 ਨੰਬਰ ਕਮਰੇ ਦੀ ਸਾਹਮਣੇ ਦੀ 12 ਦਰੀ ਦੇ ਵਿੱਚ ਬਰਾਂਡੇ ਦੇ ਵਿੱਚ ਰੱਖਿਆ ਹੋਇਆ ਸੀ। ਸਰਦਾਰ ਬਲਬੀਰ ਸਿੰਘ ਹੁਣਾਂ ਨੇ ਜਿਸ ਵੇਲੇ ਭਾਈ ਕੁਲਵੰਤ ਸਿੰਘ ਜਗਾਦਰੀ ਦੇ ਸ਼ਹੀਦੀ ਸਰੂਪ ਨੂੰ ਤੱਕਿਆ ਤਾਂ ਜਿਹੜੇ ਉਹਨਾਂ ਨੇ ਸ਼ਬਦ ਲਿਖੇ ਨੇ ਉਹ ਬੜੇ ਹੀ ਭਾਵਪੂਰਤ ਨੇ। ਉਹ ਲਿਖਦੇ ਨੇ ਕਿ ਇਸ ਸਬੰਧ ਦੇ ਵਿੱਚ ਮੈਨੂੰ ਇਸ ਤਰ੍ਹਾਂ ਅਨੁਭਵ ਹੋ ਰਿਹਾ ਸੀ ਕਿ ਸ਼ਹੀਦ ਉਸ ਅਕਾਲ ਪੁਰਖ ਨੂੰ ਸਭ ਤੋਂ ਵੱਧ ਪਿਆਰੇ ਹੁੰਦੇ ਹਨ ਅਤੇ ਉਸ ਵਾਹਿਗੁਰੂ ਦੇ ਸਮੁੱਚੇ ਬ੍ਰਹਿਮੰਡਕ ਨਿਜ਼ਾਮ ਵਿੱਚ ਅਰਥਾਤ ਇਲਾਹੀ ਦਰਬਾਰ ਦੇ ਵਿੱਚ ਸ਼ਹੀਦਾਂ ਨੂੰ ਖਾਸ ਮੁਕਾਮ ਹਾਸਲ ਹੁੰਦਾ ਹੈ ਅਤੇ ਉਹਨਾਂ ਦੀ ਆਤਮਿਕ ਹਸਤੀ ਉਸ ਰੱਬੀ ਨੂਰ ਦੇ ਨੂਰਾਨੀ ਜਲਵੇ ਨਾਲ ਓਤ-ਪੋਤ ਹੁੰਦੀ ਹੈ ਤੇ ਸ਼ਹੀਦਾਂ ਦੀਆਂ ਦੇਹਾਂ ਉੱਪਰ ਭਾਵੇਂ ਉਹ ਕਿਸੇ ਵੀ ਹਾਲ ਦੇ ਵਿੱਚ ਹੋਣ, ਰੱਬੀ ਜਲਵੇ ਦਾ ਨੂਰ ਡੁੱਲ ਪੈਂਦਾ ਹੈ। ਸੋ ਭਾਈ ਕੁਲਵੰਤ ਸਿੰਘ ਹੋਣਾ ਦਾ ਅੰਤਮ ਸੰਸਕਾਰ ਦੀਵਾਨ ਮੰਜੀ ਹਾਲ ਦਰਬਾਰ ਦੇ ਸਾਹਮਣੇ ਔਰ ਜਿਹੜੇ 4 ਸਿੰਘ ਹੋਰ ਸ਼ਹੀਦ ਹੋਏ ਸਨ ਉਹਨਾਂ ਦਾ ਅੰਤਮ ਸੰਸਕਾਰ ਲੰਗਰ ਹਾਲ ਦੀ ਇਮਾਰਤ ਦੇ ਸਾਹਮਣੇ ਕਰ ਦਿੱਤਾ ਗਿਆ। ਰੈੱਡ ਕਰਾਸ ਦੇ ਵੱਲੋਂ ਜ਼ਖਮੀ ਹੋਏ ਸ਼ਰਧਾਲੂਆਂ ਔਰ ਸ਼ਹੀਦ ਸ਼ਰਧਾਲੂਆਂ ਦੇ ਸਰੀਰ ਜਿਹੜੇ ਸੀ ਉਹ ਪਰਿਸਰ ਦੇ ਬਾਹਰੋਂ ਹਟਾ ਲਏ ਗਏ। ਪੱਤਰਕਾਰਾਂ ਨੇ ਵੱਖ-ਵੱਖ ਲੀਡਰਾਂ ਦੇ ਨਾਲ, ਧਰਮਯੁੱਧ ਮੋਰਚੇ ਦੇ ਡਿਕਟੇਟਰ ਦੇ ਨਾਲ ਅਤੇ ਹੋਰ ਸੰਗਤਾਂ ਦੇ ਨਾਲ ਇੰਟਰਵਿਊ ਕਰਕੇ ਜਾਣਕਾਰੀ ਪ੍ਰਾਪਤ ਕੀਤੀ। 2 ਜੂਨ ਨੂੰ ਦੂਸਰੇ ਪਾਸੇ ਦਿੱਲੀ ਦੇ ਵਿੱਚ ਵੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਆਪਣੇ ਵੱਖ-ਵੱਖ ਸਲਾਹਕਾਰਾਂ ਦੇ ਨਾਲ ਮੀਟਿੰਗਾਂ ਦਾ, ਇਕੱਤਰਤਾਵਾਂ ਦਾ ਸਿਲਸਿਲਾ ਜਾਰੀ ਸੀ ਔਰ ਉਸ ਦੇ ਵੱਲੋਂ ਔਰ ਮੀਡੀਆ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਅੱਜ ਰਾਤ ਨੂੰ 8:30 ਵਜੇ ਦੇਸ਼ ਦੀ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰੇਗੀ। ਪਰ ਜਿਹੜੀਆਂ ਇਕੱਤਰਤਾਵਾਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਵੱਖ-ਵੱਖ ਸਲਾਹਕਾਰਾਂ ਨਾਲ ਕੀਤੀਆਂ, ਉਹਨਾਂ ਇਕੱਤਰਤਾਵਾਂ ਦੇ ਵਿੱਚ ਉਸ ਦੀ ਮਾਨਸਿਕਤਾ ਕਿਸ ਹਾਲਾਤ ਦੇ ਵਿੱਚ ਸੀ, ਜਾਂ ਕਹਿ ਸਕਦੇ ਹਾਂ ਕਿ ਜਦੋਂ ਸਿੱਖਾਂ ਦੇ ਦਿਲ ਦੇ ਉੱਪਰ ਹਮਲਾਵਰ ਹੋਣਾ ਹੋਵੇ ਉਸ ਵੇਲੇ ਹਮਲਾਵਰ ਦੀ ਮਾਨਸਿਕਤਾ ਕਿਵੇਂ ਦੀ ਹੁੰਦੀ ਹੈ, ਇਸ ਦਾ ਜ਼ਿਕਰ ਕਰਦਾ ਇੱਕ ਪੱਤਰਕਾਰ ਆਨੰਦ ਸਹਾਏ ਲਿਖਦਾ ਹੈ ਕਿ ਜਦੋਂ ਸ਼੍ਰੀਮਤੀ ਗਾਂਧੀ ਮੰਚ ਵੱਲ ਵਧੀ ਉਹ ਲੰਗੜਾਉਂਦੀ ਹੋਈ ਮਹਿਸੂਸ ਹੁੰਦੀ ਸੀ। ਉਸ ਦੇ ਮੋਢਿਆਂ ਦੇ ਵਿੱਚ ਕੁੱਬ ਸੀ, ਉਹ ਖਿੰਡੀ ਤੇ ਪਰੇਸ਼ਾਨ ਸੀ। ਉਸ ਦੇ ਚਿਹਰੇ ਦੇ ਉੱਪਰ ਤਣਾਅ ਸੀ, ਬੋਲਦੇ ਹੋਏ ਉਹ ਅਟਕ ਰਹੀ ਸੀ। ਮੈਂ ਇੰਨਾ ਹੈਰਾਨ ਸੀ ਕਿ ਮੈਂ ਸੋਚਿਆ ਉਸ ਦੇ ਪਰਿਵਾਰ ਦੇ ਵਿੱਚ ਜ਼ਰੂਰ ਹੀ ਕੋਈ ਮਰ ਗਿਆ ਹੋਣਾ। ਆਪਣੇ ਦਫ਼ਤਰ ਪਹੁੰਚਣ ਤੱਕ ਸਹਾਏ ਨੇ ਇਹ ਸਿੱਟਾ ਕੱਢ ਲਿਆ
ਕਿ ਆਮ ਕਰਕੇ ਬਣ ਠਣ ਕੇ ਰਹਿਣ ਵਾਲੀ ਸ਼੍ਰੀਮਤੀ ਗਾਂਧੀ ਦੀ ਖਿੰਡੀ ਪੁੰਡੀ ਅਤੇ ਕੁਚਲੀ ਦਿੱਖ ਦਾ ਅਰਥ ਜ਼ਰੂਰ ਹੀ ਕਿਸੇ ਬਹੁਤ ਗੰਭੀਰ ਫੈਸਲੇ ਵੱਲ ਕੀਤਾ ਜਾਣਾ ਹੋਵੇਗਾ। ਇਹ ਸਾਰਾ ਘਟਨਾਕ੍ਰਮ ਦੇਸ਼ ਦੀ ਰਾਜਧਾਨੀ ਦੇ ਵਿੱਚ ਵਾਪਰ ਰਿਹਾ ਸੀ। ਦੂਸਰੇ ਪਾਸੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਔਰ ਜਨਰਲ ਸਕੱਤਰ ਭਾਈ ਹਰਮਿੰਦਰ ਸਿੰਘ ਸੰਧੂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਹੁਣਾਂ ਨੂੰ ਮਿਲੇ ਤੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਕਿ ਹੁਣ ਫੌਜ ਵੱਲੋਂ ਹਰਮੰਦਰ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਵੇਗਾ। ਬਤੌਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਬਿਆਨ ਪੱਤਰਕਾਰਾਂ ਨੂੰ ਜਾਰੀ ਕਰ ਦਿਓ ਕਿ ਜੇਕਰ ਹਰਮੰਦਰ ਸਾਹਿਬ ਦੇ ਉੱਪਰ ਭਾਰਤੀ ਫੌਜ ਵੱਲੋਂ, ਭਾਰਤੀ ਹਕੂਮਤ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਜਿਹੜੀਆਂ ਵੀ ਦੇਸ਼ ਦੀਆਂ ਸੈਨਾਵਾਂ ਦੇ ਵਿੱਚ, ਨੀਮ ਫੌਜੀ ਦਲਾਂ ਦੇ ਵਿੱਚ ਤੇ ਉੱਚ ਅਹੁਦਿਆਂ ਦੇ ਉੱਪਰ ਸਿੱਖ ਤਾਇਨਾਤ ਨੇ, ਉਹ ਉਸੇ ਵੇਲੇ ਹੀ ਉਹਨਾਂ ਆਪਣੇ ਅਹੁਦਿਆਂ ਦਾ ਤਿਆਗ ਕਰਕੇ ਸ੍ਰੀ ਹਰਮੰਦਰ ਸਾਹਿਬ ਵੱਲ ਚਾਲੇ ਪਾ ਦੇਣ। ਗਿਆਨੀ ਕਿਰਪਾਲ ਸਿੰਘ ਨੇ ਇਸ ਤਜਵੀਜ਼ ਦਾ ਜਵਾਬ ਇਹ ਦਿੱਤਾ ਕਿ ਮੈਂ ਇਸ ਦੇ ਉੱਪਰ ਕੋਈ ਫੈਸਲਾ ਨਹੀਂ ਲੈ ਸਕਦਾ। ਇਸ ਦਾ ਫੈਸਲਾ ਲੈਣ ਦਾ ਅਧਿਕਾਰ ਕੇਵਲ ਤੇ ਕੇਵਲ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਦੇ ਕੋਲ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਮੈਂ ਤੁਹਾਡੀ ਗੱਲ ਗੁਰਚਰਨ ਸਿੰਘ ਟੌਹੜਾ ਅਤੇ ਹਰਚੰਦ ਸਿੰਘ ਲੌਂਗੋਵਾਲ ਤੱਕ ਜ਼ਰੂਰ ਪਹੁੰਚਾ ਦੇਵਾਂਗਾ। ਉਸ ਤੋਂ ਬਾਅਦ ਗਿਆਨੀ ਕਿਰਪਾਲ ਸਿੰਘ ਹਰਚੰਦ ਸਿੰਘ ਲੌਂਗੋਵਾਲ ਔਰ ਗੁਰਚਰਨ ਸਿੰਘ ਟੌਹੜਾ ਨੂੰ ਜਾ ਕੇ ਮਿਲੇ ਔਰ ਉੱਥੇ ਉਹਨਾਂ ਦੀ ਆਪਸ ਦੇ ਵਿੱਚ ਕਾਫੀ ਵਾਰਤਾਲਾਪ ਹੋਈ। ਪੱਤਰਕਾਰ ਭਾਈਚਾਰਾ ਵੀ ਉੱਥੇ ਪਹੁੰਚ ਚੁੱਕਾ ਸੀ ਔਰ ਉਸ ਵੇਲੇ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਇਆਂ ਇਹ ਗੱਲ ਕਹੀ ਕਿ ਸਰਕਾਰ ਦੀ ਕਾਰਵਾਈ ਬਹੁਤ ਘਿਨਾਉਣੀ ਹੈ ਅਤੇ ਸਿੱਖ ਸੰਗਤਾਂ ਇਸ ਦਾ ਮੂੰਹ ਤੋੜ ਜਵਾਬ ਦੇਣਗੀਆਂ। ਤਾੜਨਾ ਕੀਤੀ ਗਈ ਔਰ ਜਦੋਂ ਕਿਰਪਾਲ ਸਿੰਘ ਹੁਣਾਂ ਨੇ ਭਾਈ ਹਰਮਿੰਦਰ ਸਿੰਘ ਸੰਧੂ ਤੇ ਭਾਈ ਅਮਰੀਕ ਸਿੰਘ ਹੁਣਾਂ ਦੀ ਤਜਵੀਜ਼ ਨੂੰ ਉਹਨਾਂ ਦੇ ਸਾਹਮਣੇ ਰੱਖਿਆ ਤਾਂ ਉਹਨਾਂ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸ਼ਾਇਦ ਦਰਬਾਰ ਸਾਹਿਬ ਦੇ ਉੱਪਰ ਹਮਲਾ ਨਹੀਂ ਹੋਵੇਗਾ ਤੇ ਜੋ ਕੁਝ ਇਹਨਾਂ ਫੈਡਰੇਸ਼ਨ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਇਹ ਸੰਭਵ ਨਹੀਂ ਹੈ। ਸੋ ਇੱਕ ਪਾਸੇ ਤਾਂ ਭਾਰਤੀ ਫੌਜ ਦੇ ਵੱਲੋਂ ਹਰਮੰਦਰ ਸਾਹਿਬ ਦੇ ਉੱਪਰ ਹਮਲਾਵਰ ਹੋਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਹ ਗੱਲ ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਦੇ ਉੱਪਰ ਹਮਲੇ ਦੀ ਵਿਉਂਤਬੰਦੀ ਬਹੁਤ ਸਮਾਂ ਪਹਿਲਾਂ ਚਕਰਾਤਾ ਦੇ ਵਿੱਚ ਦਰਬਾਰ ਸਾਹਿਬ ਦਾ ਇੱਕ ਮਸਨੂਈ ਮਾਡਲ ਤਿਆਰ ਕਰਕੇ ਫੌਜ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਸੀ ਔਰ ਉਸ ਵੇਲੇ ਸੈਨਾ ਦੇ ਮੁਖੀ ਜਨਰਲ ਸਿਨਹਾ ਨੂੰ ਜਦੋਂ ਇਸ ਹਮਲੇ ਦੀ ਅਗਵਾਈ ਕਰਨ ਬਾਰੇ ਕਿਹਾ ਗਿਆ ਤਾਂ ਉਹਨਾਂ ਨੇ ਬੜੇ ਭਾਵਪੂਰਤ ਸ਼ਬਦਾਂ ਦੇ ਵਿੱਚ ਕਿਹਾ ਕਿ ਦੇਸ਼ ਦੇ ਅੰਦਰ ਜੇਕਰ ਕਿਸੇ ਤਰ੍ਹਾਂ ਦਾ ਕੋਈ ਸੰਘਰਸ਼ ਜਾਂ ਅੰਦੋਲਨ ਚੱਲਦਾ ਹੈ ਤਾਂ ਉਸ ਦੇ ਨਾਲ ਸਿੱਝਣ ਦੀ ਜ਼ਿੰਮੇਵਾਰੀ ਪੁਲਿਸ ਦੀ ਔਰ ਨੀਮ ਫੌਜੀ ਦਲਾਂ ਦੀ ਹੁੰਦੀ ਹੈ। ਫੌਜ ਕੇਵਲ ਤੇ ਕੇਵਲ ਦੇਸ਼ ਦੀ ਬਾਹਰੀ ਸਰਹੱਦਾਂ ਤੋਂ ਰੱਖਿਆ ਕਰਨ ਦੇ ਵਾਸਤੇ ਹੁੰਦੀ ਹੈ। ਜਨਰਲ ਸਿਨਹਾ ਨੇ ਇਸ ਗੱਲ ਦਾ ਪ੍ਰਗਟਾਵਾ ਆਪਣੀ ਇੱਕ ਇੰਟਰਵਿਊ ਦੇ ਵਿੱਚ ਵੀ ਕੀਤਾ। ਇਸ ਤੋਂ ਬਾਅਦ ਇੱਕ ਬੜੇ ਹੀ ਭੱਦੇ ਜਿਹੇ ਤਰੀਕੇ ਦੇ ਨਾਲ ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕਰਕੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਵਿਸ਼ਵਾਸ ਪਾਤਰ ਅਰੁਣ ਕੁਮਾਰ ਵਿਆਦਿਆ ਨੂੰ ਫੌਜਾਂ ਦਾ ਜਨਰਲ ਨਿਯੁਕਤ ਕੀਤਾ ਗਿਆ ਔਰ ਇਹ ਸਾਰੇ ਹਮਲੇ ਦੀ ਜਿਹੜੀ ਕਮਾਂਡ ਸੀ ਉਹਨਾਂ ਦੇ ਹੱਥ ਦਿੱਤੀ ਗਈ। ਦੂਰਦਰਸ਼ਨ ਤੋਂ ਦੇਸ਼ ਦੀ ਪ੍ਰਧਾਨ ਮੰਤਰੀ ਨੇ 8 ਵਜੇ ਪਹਿਲਾਂ ਸੰਬੋਧਿਤ ਹੋਣਾ ਸੀ, ਉਸ ਤੋਂ ਬਾਅਦ 8:30 ਦਾ ਟਾਈਮ ਦਿੱਤਾ ਗਿਆ। ਲੋਕਾਂ ਦੀਆਂ ਨਜ਼ਰਾਂ ਦੂਰਦਰਸ਼ਨ ਦੇ ਉੱਪਰ ਪ੍ਰਸਾਰਣ ਦੇ ਬਾਰੇ ਸਨ ਪਰ 8:30 ਵਜੇ ਵੀ ਦੂਰਦਰਸ਼ਨ ਦੇ ਵੱਲੋਂ ਉਹ ਜਿਹੜਾ ਪ੍ਰਸਾਰਣ ਸੀ ਉਹ ਪ੍ਰਸਾਰਿਤ ਨਾ ਕੀਤਾ ਗਿਆ। ਅਖੀਰ 9:15 ਵਜੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੀ ਸਮੱਸਿਆ ਦੇ ਬਾਰੇ ਦੇਸ਼ ਵਾਸੀਆਂ ਦੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ। I still appeal to them to accept the framework of the settlement government has outlined. If any misgivings or doubts on any issue remain, let us sit around the table and find a solution. ਇਨ੍ਹਾਂ ਗੱਲਾਂ ਤੋਂ ਇੰਜ ਲੱਗਦਾ ਸੀ ਕਿ ਦੇਸ਼ ਦੀ ਪ੍ਰਧਾਨ ਮੰਤਰੀ ਪੰਜਾਬ ਦੀ ਸਮੱਸਿਆ ਦੇ ਹੱਲ ਦੇ ਬਾਰੇ ਬਹੁਤ ਹੀ ਚਿੰਤਤ ਹੈ ਔਰ ਉਹ ਪੰਜਾਬ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੀ ਹੈ। ਪਰ ਦੂਸਰੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਤੇ ਨੀਤੀਵਾਨ ਜਨਰਲ ਸ਼ਬੀਕ ਸਿੰਘ ਹੁਣਾਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਵੱਖ-ਵੱਖ ਮੋਰਚਿਆਂ ਦੇ ਵਿੱਚ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਔਰ 2 ਜੂਨ ਨੂੰ ਜਿਸ ਵੇਲੇ ਪੱਤਰਕਾਰ ਸੰਤ ਜਰਨੈਲ ਸਿੰਘ ਦੇ ਨਾਲ ਮੁਲਾਕਾਤ ਵਾਸਤੇ ਆਏ ਤੇ ਉਹਨਾਂ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਹਮਲਾ ਹੋਣ ਵਾਲਾ ਹੈ। ਮੁਗਲ ਰਾਜ ਤੇ ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ ਨੂੰ ਇਸ ਰਾਜ ਵਾਲਿਆਂ ਨੇ ਮੌਤ ਪਾ ਦਿੱਤਾ।
ਜੋ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ। ਮੇਰੇ ਵੱਲੋਂ ਸਿੱਖਾਂ ਨੂੰ ਹੋਰ ਜ਼ੋਰ ਅਪੀਲ ਹੈ ਕਿ ਇਹਦਾ ਮੂੰਹ ਤੋੜਨਾ ਜਵਾਬ ਦੇਣ, ਕੇਵਲ ਕਮਰ ਕਸਾ ਨਾ ਕਰਨ, ਕਮਰ ਕਸਾ ਕਰਕੇ ਤੁਰਨ। ਸਿੱਖਾਂ ਦੇ ਉੱਪਰ ਇਹ ਤੋਂ ਹੋਰ ਕੋਈ ਵੱਡੀ ਗੁਲਾਮੀ ਦੀ ਨਿਸ਼ਾਨੀ ਨਹੀਂ ਹੋ ਸਕਦੀ ਜਿਹੜਾ ਹੁਣ ਪਾਪ ਹੋਇਆ। ਇਹ ਸਿੱਖੀ ਸਰੂਪ ਨੂੰ ਪਸੰਦ ਨਹੀਂ ਕਰਦੇ, ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ, ਜਿਹੜੀ ਕਿ ਆਸ ਹੈ ਇਹਨਾਂ ਦੀ ਪੂਰੀ ਨਹੀਂ ਹੋ ਸਕਣੀ, ਕਿਉਂਕਿ ਸਿੱਖੀ ਸਰੂਪ ਨੂੰ ਖਤਮ ਕਰਨ ਵਾਲੀਆਂ ਬਹੁਤ ਹਕੂਮਤਾਂ ਹੋ ਗੁਜ਼ਰੀਆਂ, ਇਹਨੇ ਵੀ ਉਸੇ ਤਰ੍ਹਾਂ ਚਲੀ ਜਾਣਾ। ਸੋ ਉਹ ਇੱਕ ਨੀਤੀਵਾਨ ਜਰਨੈਲ ਦਾ ਕਹਿ ਸਕਦੇ ਹੋ ਕਿ ਭਵਿੱਖ ਦੇ ਬਾਰੇ ਚਿੰਤਨ ਸੀ ਕਿ ਬੇਸ਼ੱਕ ਦੇਸ਼ ਦੇ ਬਹੁਤਾਤ ਲੋਕ ਸੋਚ ਰਹੇ ਸਨ ਕਿ ਦੇਸ਼ ਦੀ ਪ੍ਰਧਾਨ ਮੰਤਰੀ ਪੰਜਾਬ ਦੀ ਸਮੱਸਿਆ ਦਾ ਹੱਲ ਕਰਨ ਦੇ ਵਾਸਤੇ ਚਿੰਤਾਤੁਰ ਹੈ, ਪਰ ਦੂਜੇ ਪਾਸੇ ਕੌਮ ਦੇ ਭਵਿੱਖ ਦਾ ਚਿੰਤਨ ਕਰਨ ਵਾਲਾ ਉਹ ਮਰਦੇ ਮੁਜਾਹਦ ਸੂਰਮਾ ਦੇਸ਼ ਦੀ ਪ੍ਰਧਾਨ ਮੰਤਰੀ ਦੇ ਉਸ ਭਾਸ਼ਣ ਤੋਂ ਪਹਿਲਾਂ ਹੀ ਆਪਣੀ ਰਣਨੀਤੀ ਤੈਅ ਕਰ ਚੁੱਕਾ ਸੀ। ਸੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪ੍ਰਸਾਰਣ ਤੋਂ ਬਾਅਦ ਕੁਝ ਮਿੰਟਾਂ ਦੇ ਵਿੱਚ ਹੀ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਦੇ ਗਵਰਨਰ BD ਪਾਂਡੇ ਨੂੰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਲਾ ਦਿੱਤਾ ਗਿਆ ਤੇ ਰਣਜੀਤ ਸਿੰਘ ਦਿਆਲ ਜਿਹੜਾ ਕਿ ਫੌਜ ਦਾ ਲੈਫਟੀਨੈਂਟ ਜਨਰਲ ਸੀ, ਉਸ ਨੂੰ ਉਸ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਸਾਰੇ ਆਪਰੇਸ਼ਨ ਦੀ ਦੋ ਰੂਪਾਂ ਦੇ ਵਿੱਚ ਰੂਪਰੇਖਾ ਤਿਆਰ ਕੀਤੀ ਗਈ। ਇੱਕ ਤਾਂ ਸੀ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ ਜਿਹੜਾ ਕਰਨਾ ਹੈ ਉਸ ਨੂੰ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਤੇ ਪੰਜਾਬ ਦੀਆਂ ਬਾਕੀ ਸੂਬਿਆਂ ਦੇ ਨਾਲ ਲੱਗਦੀਆਂ ਹੱਦਾਂ ਤੇ ਬਾਕੀ ਦੇਸ਼ਾਂ ਦੇ ਨਾਲ ਲੱਗਦੀਆਂ ਹੱਦਾਂ ਦੇ ਉੱਪਰ ਖਾਸ ਚੌਕਸੀ ਵਾਸਤੇ ਜਿਹੜਾ ਹੀ ਰੂਪਰੇਖਾ ਤਿਆਰ ਕੀਤੀ ਗਈ ਉਸ ਨੂੰ ਆਪਰੇਸ਼ਨ ਵੁੱਡਰੋਜ਼ ਦਾ ਨਾਮ ਦਿੱਤਾ ਗਿਆ। ਦਰਬਾਰ ਸਾਹਿਬ ਦੇ ਉੱਪਰ ਹਮਲੇ ਦੀ ਜ਼ਿੰਮੇਵਾਰੀ ਕੁਲਦੀਪ ਬਰਾੜ ਨੂੰ ਦਿੱਤੀ ਗਈ, ਜਿਹੜਾ ਕਿ ਪੱਛਮੀ ਕਮਾਂਡ ਦੇ ਮੁਖੀ ਕੇ ਸੁੰਦਰ ਜੀ ਦੇ ਅਧੀਨ ਕਾਰਜਸ਼ੀਲ ਸੀ। ਦੂਜੇ ਬੰਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜਨਰਲ ਸ਼ਬੇਕ ਸਿੰਘ ਦੀ ਸੁਚੱਜੀ ਯੁੱਧ ਨੀਤਿਕ ਵਿਉਂਤਬੰਦੀ ਦੇ ਨਾਲ ਵੱਖ-ਵੱਖ ਮੋਰਚਿਆਂ ਦੇ ਵਿੱਚ ਸਿੰਘਾਂ ਨੂੰ ਤੈਨਾਤ ਕਰਨਾ ਆਰੰਭ ਕਰ ਦਿੱਤਾ। 2 ਜੂਨ 1984 ਨੂੰ ਜਿਸ ਤਰ੍ਹਾਂ ਕਿ ਪਿਛਲੇ ਹਿੱਸੇ ਦੇ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਕਈ ਤਰ੍ਹਾਂ ਦੀਆਂ ਕੂਟਨੀਤਿਕ ਘਟਨਾਵਾਂ ਵਾਪਰ ਚੁੱਕੀਆਂ ਸਨ। ਅਕਾਲੀ ਲੀਡਰਸ਼ਿਪ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਨੇ ਇੰਦਰਾ ਗਾਂਧੀ ਦੇ ਨਾਮ ਇੱਕ ਚਿੱਠੀ ਲਿਖੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਅਕਾਲੀ ਦਲ ਦਾ ਨਾਮ ਮਿਲਵਰਤਨ ਅੰਦੋਲਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਰੱਦ ਨਹੀਂ ਕੀਤਾ ਜਾਵੇਗਾ। ਦੂਸਰੇ ਬੰਨੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਰਿਪੋਰਟਰਾਂ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਜਿਹੜੀਆਂ 1 ਜੂਨ ਨੂੰ ਹਰਮੰਦਰ ਸਾਹਿਬ ਔਰ ਪਰਿਕਰਮਾ ਦੇ ਵਿੱਚ ਗੋਲੀਆਂ ਲੱਗੀਆਂ ਹਨ ਉਹਨਾਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਜਾਣਗੇ, ਕਿਉਂਕਿ ਇਹ ਹਿੰਦ ਸਰਕਾਰ ਦੇ ਵੱਲੋਂ ਸਿੱਖਾਂ ਦੇ ਉੱਪਰ ਕੀਤੇ ਗਏ ਹਮਲੇ ਦੇ ਅਹਿਮ ਨਿਸ਼ਾਨ ਨੇ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਪੱਤਰਕਾਰਾਂ ਦੇ ਨਾਲ ਆਪਣੀ ਮਿਲਣੀ ਦੇ ਵਿੱਚ ਬੜਾ ਸਪਸ਼ਟ ਕਰ ਦਿੱਤਾ ਕਿ ਸਰਕਾਰ ਦੇ ਵੱਲੋਂ ਹਮਲਾ ਕੀਤਾ ਜਾਵੇਗਾ ਤੇ ਅਸੀਂ ਇੱਥੇ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰਾਂਗੇ। ਸੋ 2 ਜੂਨ ਨੂੰ ਇਹ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਸੀ। ਬੇਸ਼ੱਕ ਕਿ 2 ਜੂਨ ਨੂੰ ਕੋਈ ਜ਼ਿਆਦਾ ਗੋਲਾਬਾਰੀ ਨਹੀਂ ਹੋਈ, ਪਰ ਫਿਰ ਵੀ CRPF ਤੇ BSF ਦੀਆਂ ਚੌਂਕੀਆਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਸਰਗਰਮੀ ਵਿਖਾਈ ਦਿੱਤੀ ਜਾਂਦੀ ਰਹੀ। ਉਹ ਇਹ ਸੀ ਕਿ ਪੰਜਾਬ ਦੇ ਵਿੱਚ ਪਹੁੰਚ ਚੁੱਕੀ ਫੌਜ ਦੇ ਵੱਲੋਂ ਮੋਰਚਿਆਂ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਸੀ। ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀਆਂ ਉੱਚੀਆਂ ਇਮਾਰਤਾਂ ਉੱਪਰ ਜਿਹੜੇ CRPF ਤੇ BSF ਦੇ ਵੱਲੋਂ ਮੋਰਚੇ ਬਣਾਏ ਹੋਏ ਸਨ, ਉਹਨਾਂ ਦੇ ਵਿੱਚ ਜਿਹੜੀ ਫੌਜ ਸੀ ਉਹ ਤਬਦੀਲ ਕੀਤੀ ਜਾ ਰਹੀ